हस्त खेलत तेरे देवरे आया। अगला व्यंग। सन 1997 ਤੋਂ सन 2002 ਤੱਕ ਅਕਾਲੀਆਂ ਦੀ ਜਾਣੀ ਕਿ ਇਹ ਅਕਾਲੀ ਨਾ ਅਖਵਾ ਕੇ ਇਹਨਾਂ ਨੇ ਮੋਗੇ ਵੱਡੀ ਕਾਨਫਰੰਸ ਕਰਕੇ ਇੱਕ ਮਤਾ ਪਾਸ ਕੀਤਾ ਸੀ ਕਿ ਹੁਣ ਅਕਾਲੀ ਦਲ ਇਹ ਨਹੀਂ ਹੈ, ਇਹਦੇ ਵਿੱਚ ਗੈਰ ਸਿੱਖਾਂ ਨੂੰ ਵੀ ਸ਼ਾਮਲ ਹੋਣ ਦੀ ਇਜਾਜ਼ਤ ਹੈ। ਇਹ ਪੰਜਾਬੀ ਪਾਰਟੀ ਹੈ, ਇਹਦਾ ਨਾਮ ਇਹਨਾਂ ਨੇ ਪੰਜਾਬੀ ਪਾਰਟੀ ਰੱਖ ਲਿਆ ਸੀ। ਅਸੀਂ ਅਜੇ ਤੱਕ ਵੀ ਇਸ ਅਗਿਆਨਤਾ ਦੇ ਵਿੱਚ ਡੁੱਬੇ ਹੋਏ ਹਾਂ ਕਿ ਸ਼ਾਇਦ ਇਹ ਸ਼੍ਰੋਮਣੀ ਅਕਾਲੀ ਦਲ ਹੈ। ਨਹੀਂ, ਇਹ ਪੰਜਾਬੀ ਪਾਰਟੀ ਹੈ ਅਤੇ ਉਹ ਵੀ ਬਾਦਲ ਦੀ ਮੁੱਠੀ ਦੇ ਵਿੱਚ ਬੰਦ ਹੈ ਅਤੇ ਹੋਰ ਬਹੁਤ ਕੁਝ ਹੈ। ਇਹਨਾਂ ਦੀ ਸਰਕਾਰ 5 ਸਾਲ ਸੁੱਖ ਦਾ ਮਜ਼ਾ ਲੈ ਕੇ ਪੈਸੇ ਕਮਾ ਕੇ ਅਕਾਲੀਆਂ ਦੀ ਮੁੱਦੇ ਮੂੰਹ ਸਰਕਾਰ ਡਿੱਗ ਪਈ। ਜਿਸ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਇਹ ਕਹਿੰਦੇ ਨੇ ਹਮਲਾ ਕਰਾਇਆ, ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਸਿੱਖਾਂ 'ਤੇ ਕਹਿਰ ਢਾਹਿਆ, ਉਸੇ ਕਾਂਗਰਸ ਨੂੰ ਪੰਜਾਬ ਦੇ ਵੋਟਰਾਂ ਨੇ ਰਾਜ ਗੱਦੀ ਉੱਤੇ ਬਿਠਾ ਦਿੱਤਾ। ਇਹਦਾ ਮਤਲਬ ਹੈ ਕਿ 5 ਸਾਲਾਂ 'ਚ ਬਾਦਲ ਤੋਂ ਲੋਕ ਅੱਕ ਗਏ। 5 ਸਾਲਾਂ ਵਿੱਚ ਹੀ ਬਾਦਲ ਅਤੇ ਉਸਦੇ ਸਾਥੀਆਂ ਪੱਕੇ ਸਿੱਖਾਂ ਤੋਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ। ਗੱਦੀ ਤੋਂ ਲਾਹੇ ਜਾਣ ਮਗਰੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮਾਲਕਾਂ ਨੂੰ ਧਰਮ ਚੇਤੇ ਆ ਜਾਂਦਾ ਹੈ। ਧਰਮ ਦੀ ਚੜ੍ਹਦੀ ਕਲਾ ਵਾਸਤੇ ਫਿਰ ਖੂਬ ਪਸੀਨੋ ਪਸੀਨੀ ਹੁੰਦੇ ਨੇ। ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਸੁਧਰ ਗਏ ਹਨ, ਇਹਨਾਂ ਦੇ ਹੋਸ਼ ਠਿਕਾਣੇ ਸਿਰ ਆ ਗਏ ਹਨ, ਫਿਰ ਇਹਨਾਂ ਨੂੰ ਵੋਟਾਂ ਪਾ ਦਿੰਦੇ ਹਨ। ਹੋਰ ਚਾਰਾ ਵੀ ਕੀ ਹੈ? ਜਿਹੜਾ ਵੀ ਹਾਕਮ ਬਣਦਾ ਹੈ ਬਸ ਚੰਮਦੀਆਂ ਚਲਾਉਣ ਲੱਗ ਪੈਂਦਾ ਹੈ। ਇਕੱਲੇ ਪੰਜਾਬ ਵਿੱਚ ਹੀ ਨਹੀਂ, ਸਾਰੇ ਭਾਰਤ ਦੇਸ਼ ਦੀ ਇਹੀ ਦੁਰਗਤ ਹੋ ਰਹੀ ਹੈ। ਜਦੋਂ ਸਨ 2002 ਵਿੱਚ ਅਕਾਲੀ ਦਲ ਰਾਜ ਸੁੱਖ ਵੱਲੋਂ ਵਿਹਲਾ ਹੋ ਗਿਆ, ਤਦੋਂ ਧਰਮ ਪ੍ਰਚਾਰ ਲਈ ਇਹਨਾਂ ਨੇ ਕਮਰ ਕਸਾ ਕਰਕੇ ਮੈਦਾਨ ਵਿੱਚ ਕੁੱਦ ਪਏ। ਥਾਂ ਥਾਂ 'ਤੇ ਇਹਨਾਂ ਨੇ ਸੈਮੀਨਾਰ ਕੀਤੇ, ਕਥਾ ਕੀਰਤਨ ਕਰਵਾਏ, ਨਗਰ ਕੀਰਤਨ ਕੀਤੇ, ਸ਼ੋਭਾ ਯਾਤਰਾਵਾਂ ਕੀਤੀਆਂ, ਸ਼ਹੀਦੀ ਦਿਨ ਮਨਾਏ, ਜਨਮ ਦਿਹਾੜੇ ਮਨਾਏ ਜਾਣ ਲੱਗੇ। ਇਸੇ ਕੜੀ ਤਹਿਤ ਸਾਰੇ ਮਿਸ਼ਨਰੀ ਕਾਲਜਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਉਣ ਵਾਸਤੇ ਜ਼ੋਰ ਅਜਮਾਈ ਕੀਤੀ ਜਾਣ ਲੱਗੀ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਚੌਂਤਾ ਰੋਪੜ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤ ਗਿਆਨ ਮਿਸ਼ਨਰੀ ਕਾਲਜ ਜਵੱਦੀ ਲੁਧਿਆਣਾ ਦੇ ਮੁਖੀਆਂ ਨਾਲ ਮੀਟਿੰਗਾਂ ਹੋਣ ਲੱਗੀਆਂ। ਪਹਿਲਾਂ ਇੱਕ ਇੱਕ ਕਾਲਜ ਨਾਲ ਮੀਟਿੰਗ ਕੀਤੀ ਗਈ, ਫਿਰ ਮਗਰੋਂ ਸਾਰਿਆਂ ਦੀਆਂ ਇਕੱਠੀਆਂ ਮੀਟਿੰਗਾਂ ਵੀ ਸੱਦ ਕੇ ਵਿਚਾਰ ਚਰਚਾ ਕੀਤੀ ਗਈ। ਆਖਰੀ ਮੀਟਿੰਗ ਦੀ ਨੁਮਾਇੰਦਗੀ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਰੂਪ ਸਿੰਘ, ਵਰਿਆਮ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਤਿੰਨੇ ਜਣੇ ਸਾਡੇ ਕੋਲ ਆ ਗਏ। ਉਹਨਾਂ ਵੱਲੋਂ ਛਪਾ ਕੇ ਲਿਆਂਦਾ ਗਿਆ 2 ਪੰਨੇ ਦਾ ਕਾਗਜ਼ ਮੇਰੇ ਕੋਲੇ ਅੱਜ ਤੱਕ ਮੌਜੂਦ ਹੈ। ਇਸ ਕਾਗਜ਼ 'ਤੇ ਕੋਈ ਤਰੀਕ ਨਹੀਂ ਪਾਈ ਗਈ, ਕੋਈ ਡਿਸਪੈਚ ਨੰਬਰ ਨਹੀਂ, ਕਿਸੇ ਜ਼ਿੰਮੇਵਾਰ ਬੰਦੇ ਦੇ ਇਹ 'ਤੇ ਦਸਤਖਤ ਨਹੀਂ ਹਨ, ਪਰ ਇਹ ਤਿੰਨੇ ਬੰਦੇ 2 ਪੰਨਿਆਂ ਦੇ ਕਾਗਜ਼ 'ਤੇ ਲਿਖ ਕੇ ਲਿਆਂਦੇ ਕੁਝ ਨੁਕਤਿਆਂ ਨੂੰ ਸਾਡੇ ਸਨਮੁਖ ਰੱਖ ਕੇ ਵਿਚਾਰਾਂ ਕਰਦੇ ਰਹੇ। ਮਿਆਰੀ ਲਿਖਤ ਇਹਨਾਂ ਕੋਲ ਕੋਈ ਨਹੀਂ ਸੀ ਜਿਸ 'ਤੇ ਯਕੀਨ ਕੀਤਾ ਜਾ ਸਕੇ। ਸ਼੍ਰੋਮਣੀ ਕਮੇਟੀ ਵੱਲੋਂ ਮਾਇਕ ਸਹਾਇਤਾ ਦੇਣ ਦਾ ਇਹਨਾਂ ਨੇ ਸਾਨੂੰ ਕਾਲਜਾਂ ਵਾਲਿਆਂ ਨੂੰ ਭਰੋਸਾ ਦਿੱਤਾ, ਪਰ ਲਿਖਤੀ ਸਮਝੌਤਾ ਕੋਈ ਵੀ ਕਰਨ ਨੂੰ ਤਿਆਰ ਨਹੀਂ ਸੀ। ਸਾਰੇ ਮਿਸ਼ਨਰੀ ਕਾਲਜਾਂ ਨੂੰ ਇਕੱਠੇ ਕਰਕੇ ਸ਼੍ਰੋਮਣੀ ਕਮੇਟੀ ਅਧੀਨ ਲਿਆਂਦਾ ਜਾਵੇਗਾ, ਇਹ ਕਹਿ ਰਹੇ ਸਨ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਰਿਆਂ ਦਾ ਮੁਖੀ ਹੋਵੇਗਾ, ਇਹ ਇਹਨਾਂ ਦਾ ਕਹਿਣਾ ਸੀ। ਮੈਂ ਇਹਨਾਂ ਨੂੰ ਸਵਾਲ ਪੁੱਛਿਆ ਕਿਉਂਕਿ ਮੀਟਿੰਗ ਦੇ ਵਿੱਚ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੱਲੋਂ ਮੈਂ ਹਾਜ਼ਰ ਸੀ। ਮੇਰਾ ਸਵਾਲ, ਤੁਸੀਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਬਣ ਕੇ ਗੱਲਬਾਤ ਕਰਨ ਆਏ ਹੋ, ਪਹਿਲਾਂ ਇਹ ਦੱਸੋ ਕਿ ਤੁਹਾਡਾ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ 1927 ਤੋਂ ਖੁੱਲ੍ਹਿਆ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਗੁਰਮਤ ਪੜ੍ਹਾ ਰਿਹਾ ਹੈ। ਉਸ ਵਿੱਚੋਂ ਕਿੰਨੇ ਕੁ ਨਾਮੀ ਕਥਾਵਾਚਕ ਜਾਂ ਲਿਖਾਰੀ ਆਦਿਕ ਤਿਆਰ ਹੋ ਕੇ ਨਿਕਲੇ ਨੇ, ਜਰਾ ਦੱਸ ਸਕਦੇ ਹੋ? ਤੁਸੀਂ ਚੰਗੇ ਗ੍ਰੰਥੀ ਜਾਂ ਅਰਦਾਸੀਏ ਵੀ ਤਿਆਰ ਨਹੀਂ ਕਰ ਸਕੇ। ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਡੇਰਿਆਂ ਟਕਸਾਲਾਂ ਵਿੱਚੋਂ ਪੜ੍ਹੇ ਪਾਠੀ ਅਤੇ ਕਥਾਵਾਚਕ ਲੱਗੇ ਹੋਏ ਨੇ। ਉਹਨਾਂ ਦੇ ਵੱਖੋ ਵੱਖਰੇ ਉਪਦੇਸ਼ਾਂ ਕਾਰਨ
ਸਾਰਾ ਸਿੱਖ ਪੰਥ ਕਰਮ ਕਾਂਡ ਸ਼ਖਸੀ ਪੂਜਾ ਅਗਿਆਨਤਾ ਵਿੱਚ ਡੁੱਬ ਗਿਆ ਹੈ। ਸਾਨੂੰ ਆਪਣੇ ਨਾਲ ਰਲਾ ਕੇ ਤੁਸੀਂ ਸਾਨੂੰ ਵੀ ਆਪਣੇ ਵਰਗੇ ਬਣਾ ਧਰੋਗੇ। ਜਿੰਨੀ ਕੁ ਸੁਤੰਤਰ ਵਿਚਾਰ, ਗੁਰਬਾਣੀ ਦੇ ਅਰਥ ਅਤੇ ਸਿੱਖ ਰਹਿਤ ਮਰਿਆਦਾ ਗੁਰਦੁਆਰਿਆਂ ਵਿੱਚ ਤੁਸੀਂ ਅਜਿਹਾ ਚੰਦ ਚਾੜ ਚੁੱਕੇ ਹੋ, ਤੁਸੀਂ ਵੀ ਸਾਨੂੰ ਆਪਣੇ ਵਰਗੇ ਬਣਾ ਧਰੋਗੇ। ਜਿੰਨੀ ਕੁ ਸੁਤੰਤਰ ਵਿਚਾਰ, ਗੁਰਬਾਣੀ ਦੇ ਅਰਥ ਅਤੇ ਸਿੱਖ ਰਹਿਤ ਮਰਿਆਦਾ ਅਸੀਂ ਅਪਣਾਈ ਹੋਈ ਹੈ, ਉਹ ਵੀ ਤੁਸੀਂ ਖਤਮ ਕਰਵਾ ਦਿਓਗੇ, ਕਿਉਂਕਿ ਆਪਣੇ ਅਧੀਨ ਗੁਰਦੁਆਰਿਆਂ ਵਿੱਚ ਤੁਸੀਂ ਅਜਿਹਾ ਚੰਦ ਪਹਿਲਾਂ ਚਾੜ ਚੁੱਕੇ ਹੋ। ਰਹੀ ਗੱਲ ਪ੍ਰਧਾਨਗੀ ਦੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਾਜਸੀ ਲਾਲਚਾਂ ਕਾਰਨ ਗੋਲਕ ਦਾ ਪੈਸਾ ਬਰਬਾਦ ਕਰਦਾ ਆ ਰਿਹਾ ਹੈ। ਅੱਜ ਤੱਕ ਸਿੱਖ ਬੱਚਿਆਂ ਲਈ ਚੰਗੇ ਸਕੂਲ ਨਹੀਂ ਖੋਲ੍ਹੇ ਗਏ, ਲੋੜ ਅਨੁਸਾਰ ਕਾਲਜ ਨਹੀਂ ਖੋਲ੍ਹੇ ਗਏ, ਕੋਈ ਸਿੱਖਾਂ ਦਾ ਅਖਬਾਰ ਨਹੀਂ ਚੱਲਿਆ, ਕੋਈ ਟੀਵੀ ਚੈਨਲ ਨਹੀਂ ਹੈ, ਗੁਰਬਾਣੀ ਦੇ ਮਿਆਰੀ ਅਰਥ ਤੁਸੀਂ ਨਹੀਂ ਕਰਵਾ ਸਕੇ, ਇਤਿਹਾਸ ਦੀ ਮਿਆਰੀ ਖੋਜ ਤੁਸੀਂ ਨਹੀਂ ਕਰਵਾ ਸਕੇ, ਗੁਰਦੁਆਰਿਆਂ ਵਿੱਚ ਲਾਇਬ੍ਰੇਰੀਆਂ ਕਿਧਰੇ ਵੀ ਨਹੀਂ ਲੱਭਦੀਆਂ, ਗ੍ਰੰਥੀ ਜਾਂ ਕਥਾਵਾਚਕ ਚੰਗੇ ਵਿਦਵਾਨ ਕਿਤੇ ਵੀ ਨਹੀਂ ਮਿਲਦੇ। ਪ੍ਰਧਾਨ ਜੀ ਸਦਾ ਰਾਜਨੀਤੀ ਵਿੱਚ ਗਰਕੇ ਰਹਿੰਦੇ ਨੇ। ਲੱਗਦਾ ਸਾਡੇ ਕਾਲਜਾਂ ਨੂੰ ਵੀ ਤੁਸੀਂ ਉਹੋ ਜਿਹਾ ਹੀ ਬਣਾਉਣਾ ਚਾਹੁੰਦੇ ਹੋ ਜਿਹੋ ਜਿਹਾ ਪ੍ਰਬੰਧ ਪਹਿਲਾਂ ਤੁਸੀਂ ਸ਼੍ਰੋਮਣੀ ਕਮੇਟੀ ਦਾ ਚਲਾਉਂਦੇ ਆ ਰਹੇ ਹੋ। ਰੂਪ ਸਿੰਘ ਬੋਲਿਆ, ਨਹੀਂ ਨਹੀਂ, ਅਜਿਹੀ ਕੋਈ ਗੱਲ ਨਹੀਂ, ਇਹ ਸਾਰਾ ਕੰਮ ਤਾਂ ਆਪਸੀ ਸਹਿਮਤੀ ਨਾਲ ਹੀ ਹੋਇਆ ਕਰੇਗਾ। ਮੈਂ ਫਿਰ ਸਵਾਲ ਕੀਤਾ, ਭਾਈ ਰੂਪ ਸਿੰਘ ਜੀ, ਜੇ ਸ਼੍ਰੋਮਣੀ ਕਮੇਟੀ ਸੱਚਮੁੱਚ ਧਰਮ ਪ੍ਰਚਾਰ ਦਾ ਕਾਰਜ ਪੂਰੀ ਦਿਆਨਤਦਾਰੀ ਨਾਲ ਕਰਦੀ ਤਾਂ ਸਿੱਖਾਂ ਦੀ ਇਹ ਦੁਰਗਤ ਹੋਣੀ ਹੀ ਨਹੀਂ ਸੀ। ਸਾਨੂੰ ਅਨੇਕਾਂ ਮੁਸੀਬਤਾਂ ਝੱਲ ਕੇ ਮਿਸ਼ਨਰੀ ਕਾਲਜ ਖੋਲ੍ਹਣ ਦੀ ਲੋੜ ਹੀ ਨਹੀਂ ਸੀ ਪੈਣੀ। ਰੰਗ ਬਰੰਗੇ ਸਾਧ ਅਤੇ ਡੇਰੇ ਇਹ ਪੈਦਾ ਹੀ ਨਹੀਂ ਹੋਣੇ ਸਨ। ਤੁਹਾਡੀ 80 ਸਾਲਾਂ ਦੀ ਕਾਰਗੁਜ਼ਾਰੀ ਬਹੁਤ ਦੁਖਦਾਈ ਹੈ। ਇੰਨੀ ਜਲਦੀ ਅਸੀਂ ਤੁਹਾਡੇ 'ਤੇ ਕਿਵੇਂ ਇਤਬਾਰ ਕਰ ਲਈਏ? ਕਿਸੇ ਵਿਅਕਤੀ ਉੱਤੇ ਜਾਂ ਸੰਸਥਾ 'ਤੇ ਵਿਸ਼ਵਾਸ ਕਰਨ ਵਾਸਤੇ ਉਸ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦੀ ਪਰਖ ਕਰਨੀ ਹੁੰਦੀ ਹੈ। ਫਿਰ ਵੀ ਤੁਸੀਂ ਆਪਣੇ ਵੱਡਿਆਂ ਨੂੰ ਸਾਡੇ ਗਿਲੇ ਅਤੇ ਤੌਖਲੇ ਜਾ ਕੇ ਦੱਸ ਦਿਓ। ਅਪਣੱਤ ਵਾਲੇ ਮਾਹੌਲ ਵਿੱਚ ਅਗਰ ਉਹ ਗੱਲਬਾਤ ਕਰਨੀ ਚਾਹੁਣਗੇ ਤਾਂ ਅਸੀਂ ਤਿਆਰ ਹੋਵਾਂਗੇ। ਸਾਡੀ ਮੁਲਾਕਾਤ ਇੱਥੇ ਹੀ ਖਤਮ ਹੋ ਗਈ। ਤਿੰਨੇ ਨੁਮਾਇੰਦੇ ਜਾਣ ਵਾਸਤੇ ਤਿਆਰ ਹੋ ਗਏ। ਅਸੀਂ ਸਾਰੇ ਉਹਨਾਂ ਨੂੰ ਬਾਹਰ ਤੱਕ ਵਿਦਾ ਕਰਨ ਵਾਸਤੇ ਨਾਲ ਚੱਲ ਪਏ। ਜਸਵਿੰਦਰ ਸਿੰਘ ਵਕੀਲ ਨੇ ਆਪਣਾ ਪਬਲਿਕ ਸਕੂਲ ਚਲਾਇਆ ਹੋਇਆ ਹੈ। ਜਾਂਦੇ ਜਾਂਦੇ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਨੂੰ ਇਹ ਵਕੀਲ ਜਸਵਿੰਦਰ ਸਿੰਘ ਕਹਿਣ ਲੱਗਿਆ, ਮੇਰੇ ਸਕੂਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਵਾਸਤੇ ਇੱਕ ਵਿਦਵਾਨ ਗੁਰਸਿੱਖ ਚਾਹੀਦਾ ਹੈ, ਜੋ ਘੱਟੋ ਘੱਟ MA ਪਾਸ ਹੋਵੇ, ਧਰਮ ਬਾਰੇ ਚੰਗੀ ਡੂੰਘੀ ਜਾਣਕਾਰੀ ਰੱਖਦਾ ਹੋਵੇ, ਕੰਪਿਊਟਰ ਦਾ ਚੰਗਾ ਜਾਣਕਾਰ ਹੋਵੇ, ਸਕੂਲ ਨੂੰ ਸੰਭਾਲਣ ਵਾਸਤੇ ਵਧੀਆ ਪ੍ਰਬੰਧਕ ਵੀ ਹੋਵੇ। ਤੁਹਾਡੇ ਕਾਲਜ ਵਿੱਚੋਂ ਚੰਗੇ ਨੌਜਵਾਨ ਪੜ੍ਹਨ ਆਉਂਦੇ ਹਨ, ਉਹਨਾਂ ਵਿੱਚੋਂ ਤੁਸੀਂ ਚੰਗਾ ਜਾਣ ਕੇ ਮੈਨੂੰ ਜਾਣਕਾਰੀ ਦੇ ਦੇਣੀ, ਮੈਂ ਉਸ ਨੌਜਵਾਨ ਨੂੰ ਬੁਲਾ ਲਵਾਂਗਾ। ਪ੍ਰਿੰਸੀਪਲ ਕਹਿਣ ਲੱਗਿਆ, ਠੀਕ ਹੈ, ਜਦੋਂ ਕੋਈ ਸਾਨੂੰ ਚੰਗਾ ਨੌਜਵਾਨ ਮਹਿਸੂਸ ਹੋਇਆ ਤੇ ਤੁਹਾਨੂੰ ਫੋਨ ਕਰਕੇ ਸੁਨੇਹਾ ਦੇ ਦਿਆਂਗੇ। ਮੈਂ ਜਸਵਿੰਦਰ ਸਿੰਘ ਨੂੰ ਸਵਾਲ ਕੀਤਾ, ਭਾਈ ਜਸਵਿੰਦਰ ਸਿੰਘ ਜੀ, ਪ੍ਰਿੰਸੀਪਲ ਨੌਜਵਾਨ ਦੀ ਤਨਖਾਹ ਕਿੰਨੀ ਕੁ ਹੋਵੇਗੀ? ਹੋਰ ਸਹੂਲਤਾਂ ਕੀ ਕੀ ਦਿਓਗੇ? ਜਸਵਿੰਦਰ ਸਿੰਘ ਬੋਲਿਆ, 2500 ਰੁਪਈਆ ਯਾਨੀ ਕਿ 2500 ਰੁਪਈਏ ਮਹੀਨੇ ਦੇ ਅਸੀਂ ਪ੍ਰਿੰਸੀਪਲ ਨੂੰ ਤਨਖਾਹ ਦੇਵਾਂਗੇ, ਹੋਰ ਸਹੂਲਤਾਂ ਅਸੀਂ ਕੋਈ ਨਹੀਂ ਦੇ ਸਕਦੇ। ਮੈਂ ਦੁਬਾਰਾ ਪੁੱਛਿਆ, ਤੁਸੀਂ ਅਣਗਿਣਤ ਖੂਬੀਆਂ ਵਾਲਾ ਸਿੱਖ ਨੌਜਵਾਨ ਮੰਗਿਆ ਹੈ, ਤਨਖਾਹ ਦੇ ਰਹੇ ਹੋ 2500 ਰੁਪਏ। ਇੰਨੀ ਤਨਖਾਹ ਨਾਲ ਤਾਂ ਕੋਈ ਚਪੜਾਸੀ ਵੀ ਨਹੀਂ ਲੱਗੇਗਾ ਭਾਈ ਸਾਹਿਬ ਜੀ। ਜਸਵਿੰਦਰ ਸਿੰਘ ਬੋਲਿਆ, ਗੱਲ ਦਰਅਸਲ ਇਹ ਹੈ ਕਿ ਨੇੜੇ ਦੇ ਕਿਸੇ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਪ੍ਰਿੰਸੀਪਲ ਸਾਡਾ ਕਥਾ ਕਰ ਲਿਆ ਕਰੇਗਾ, ਕੁਝ ਉੱਥੋਂ ਤਨਖਾਹ ਮਿਲ ਜਾਇਆ ਕਰੇਗੀ, ਕੁਝ ਸਟੇਜ 'ਤੇ ਪੈਸੇ ਆਇਆ ਕਰਨਗੇ, ਉਸ ਦਾ ਗੁਜ਼ਾਰਾ ਹੋ ਜਾਵੇਗਾ। ਮੈਂ ਫਿਰ ਦੁਬਾਰਾ ਜਸਵਿੰਦਰ ਸਿੰਘ ਨੂੰ ਆਖਿਆ, ਤੁਹਾਨੂੰ ਪ੍ਰਿੰਸੀਪਲ ਚਾਹੀਦਾ ਹੈ ਕਿ ਮੰਗਤਾ ਚਾਹੀਦਾ ਹੈ? ਇੰਨੀਆਂ ਯੋਗਤਾਵਾਂ ਵਾਲਾ ਨੌਜਵਾਨ ਤੁਹਾਡਾ ਪ੍ਰਿੰਸੀਪਲ ਲੱਗ ਕੇ ਦਰ ਦਰ ਭੀਖ ਮੰਗਦਾ ਫਿਰੇਗਾ?
ਪੜ੍ਹਾਈ ਦੀ ਤੁਹਾਨੂੰ ਇੰਨੀ ਕੁ ਕਦਰ ਹੈ। ਤੇ ਜਸਵਿੰਦਰ ਸਿੰਘ ਨੇ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਨੂੰ ਪਾਸੇ ਜਿਹੇ ਲਿਜਾ ਕੇ ਬੜੇ ਗੁੱਸੇ ਵਿੱਚ ਕਿਹਾ, ਆ ਇੰਦਰ ਸਿੰਘ ਘੱਗਾ ਨਾਂ ਦਾ ਬੰਦਾ ਬੜਾ ਉਜੱਡ ਜਿਹਾ ਲੱਗਦਾ, ਇਸ ਨੂੰ ਤਾਂ ਸਾਡੇ ਨਾਲ ਗੱਲਬਾਤ ਵੀ ਕਰਨੀ ਨਹੀਂ ਆਉਂਦੀ। ਪਹਿਲਾਂ ਵੀ ਮੀਟਿੰਗ ਦੇ ਵਿੱਚ ਇਹ ਬਹੁਤ ਊਟ ਪਟਾਂਗ ਗਲਤ ਗੱਲਾਂ ਬੋਲਦਾ ਰਿਹਾ ਤੇ ਹੁਣ ਤੁਹਾਡੇ ਸਾਹਮਣੇ ਫਿਰ ਕੀ ਕੁਝ ਬੋਲ ਰਿਹਾ। ਕਾਲਜ ਦੇ ਮੁੰਡਿਆਂ ਨੂੰ ਇਹ ਵਿਗਾੜ ਦੇਵੇਗਾ, ਇਸ ਨੂੰ ਕਾਲਜ ਤੋਂ ਵੱਖ ਕਰ ਦਿਓ ਤਾਂ ਤੁਹਾਡਾ ਕਾਲਜ ਬਚਿਆ ਰਹਿ ਸਕਦਾ। ਇਉਂ ਕਹਿ ਕੇ ਤਿੰਨੇ ਜਣੇ ਵਿਦਾ ਹੋ ਗਏ। ਕਿੰਨਾ ਸਮਾਂ ਬੀਤ ਗਿਆ, ਲਗਭਗ 20 ਸਾਲ ਦਾ ਸਮਾਂ ਹੋ ਗਿਆ। ਅੱਜ ਤੱਕ ਮੁੜ ਕੇ ਪੰਥਕ ਏਕਤਾ ਕਰਨ ਵਾਸਤੇ ਉਹਨਾਂ ਵੱਲੋਂ ਕਦੀ ਉਪਰਾਲਾ ਨਹੀਂ ਕੀਤਾ ਗਿਆ। ਤੇ ਉਹ ਕਾਗਜ਼ ਮੈਂ ਸਾਂਭ ਕੇ ਰੱਖਿਆ ਆਪਣੇ ਕੋਲੇ ਕਿ ਜਿਹੜੇ ਏਡੇ ਵੱਡੇ ਸੰਸਥਾ ਦੇ ਮੋਹਰੀ ਨੌਜਵਾਨ ਸ਼੍ਰੋਮਣੀ ਕਮੇਟੀ ਨੇ ਭੇਜੇ ਕਿ ਜਾਓ ਪੰਥ ਦੀ ਏਕਤਾ ਵਾਸਤੇ ਇਹਨਾਂ ਕਾਲਜਾਂ ਨੂੰ ਆਪਣੇ ਨਾਲ ਜੋੜੋ, ਤੇ ਉਹਨਾਂ ਨੇ ਕੋਈ ਵੀ ਜਵਾਬ 20 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਦਿੱਤਾ। ਅੱਜ ਤੱਕ ਗੱਲ ਉੱਥੇ ਦੀ ਉੱਥੇ ਹੀ ਚੱਲ ਰਹੀ ਹੈ। ਤੁਹਾਡਾ ਕੀ ਵਿਚਾਰ ਹੈ? ਕੀ ਇਹਨਾਂ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਆਖੋ ਸਤਨਾਮ।